ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਹਾਨੂੰ ਪਤਾ ਹੈ ਕਿ ਚੀਨ ਦੇ ਨਾਲ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ, ਲਗਾਤਾਰ ਤੁਸੀਂ ਖਬਰਾਂ ਸੁਣ ਰਹੇ ਹੋ, ਦੇਖ ਰਹੇ ਹੋ। 4 ਨੌਜਵਾਨ ਸਾਡੇ ਪੰਜਾਬ ਦੇ ਵੀ ਸ਼ਹੀਦ ਹੋ ਗਏ ਨੇ, ਮਾਨਸੇ ਤੋਂ, ਪਟਿਆਲੇ ਤੋਂ। ਸੋ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਹੈ ਜੀ, ਉਹਨਾਂ ਨੂੰ ਸਜਦਾ ਕਰਦਾ ਹੈ ਸਿਰ ਕੇ ਦੇਸ਼ ਦੀ ਸੇਵਾ ਵਾਸਤੇ ਉਹ ਸੂਰਵੀਰ ਯੋਧੇ ਸ਼ਹੀਦ ਹੋਏ ਨੇ। ਸਿਰਫ 22-23 ਸਾਲ ਦੀ ਉਮਰ ਹੈ ਜਿਹੜਾ ਨੌਜਵਾਨ ਸਾਡਾ ਬੁਢਲਾਡੇ ਵਾਲਾ ਮਾਨਸੇ ਵਾਲਾ ਸ਼ਹੀਦ ਹੋਇਆ। ਪਰ ਇੱਕ ਬੜੀ ਕਮਾਲ ਦੀ ਗੱਲ ਹੈ ਜਿਹਦੇ 'ਤੇ ਮੈਂ ਚਾਹੁੰਦਾ ਸੀਗਾ ਕਿ ਮੈਂ ਗੱਲ ਕਰਾਂ। ਮੈਨੂੰ ਯਾਦ ਆ ਗਿਆ ਤਕਰੀਬਨ 3-4 ਸਾਲ ਪਹਿਲਾਂ ਵੀ ਐਸਾ ਮਾਹੌਲ ਬਣਿਆ ਸੀ। ਮੈਂ ਉਦੋਂ ਵੀ ਇਸ ਬਾਰੇ 4 ਸਾਲ ਪਹਿਲਾਂ ਵੀ ਇਹੀ ਗੱਲ ਹੋਈ ਸੀ ਕਿ ਚੀਨ ਨਾਲ ਥੋੜ੍ਹੇ ਜਿਹੇ ਸੰਬੰਧ ਵਿਗੜੇ ਅਤੇ ਕੁਛ ਮੂਰਖਾਂ ਨੇ ਇਹ ਮੁਹਿੰਮ ਚਲਾਤੀ ਕਿ ਚੀਨ ਦੇ ਨਾਲ ਜਿਹੜੇ ਚੀਨੀ ਪ੍ਰੋਡਕਟਸ ਨੇ ਜਿਹੜੇ ਉਹਨਾਂ ਦਾ ਬਾਈਕਾਟ ਕੀਤਾ ਜਾਵੇ। ਤਾਂ ਹਾਲਾਂਕਿ ਟੈਂਪਰੇਰੀ ਹੁੰਦਾ ਹੈ, ਇਹ ਬਹੁਤ ਟੈਂਪਰੇਰੀ ਕੀਤਾ ਜਾਂਦਾ ਹੈ। ਤਾਂ ਹੁੰਦਾ ਕੀ ਹੈ ਕਿ ਜਿਹੜੇ ਲੋਕ ਨੇ ਉਹ ਚੀਨੀ ਪ੍ਰੋਡਕਟਸ ਦੇ ਨਾਲ, ਜਿਹੜੇ ਚਾਈਨੀਜ਼ ਪ੍ਰੋਡਕਟਸ ਨੇ, ਉਹਨਾਂ ਦਾ ਬਾਈਕਾਟ ਕਰਨਾ ਸ਼ੁਰੂ ਕਰ ਦਿੰਦੇ ਆ। ਕਹਿੰਦੇ ਵੀ ਬਾਈਕਾਟ ਕਰ ਦਿਓ। ਤਾਂ ਬੇਸਿਕਲੀ ਸਾਡੀ ਹਰ ਇੱਕ ਚੀਜ਼, ਜੋ ਫੋਨਸ ਤੋਂ ਲੈ ਕੇ ਹਰ ਇੱਕ ਚੀਜ਼ ਜੋ ਅਸੀਂ ਯੂਜ਼ ਕਰਦੇ ਹਾਂ, ਉਹ ਸਾਰੀ ਚਾਈਨੀਜ਼ ਹੈ। ਆਲਮੋਸਟ ਹਰ ਚੀਜ਼ ਜਿਹੜੀ ਹੈ ਉਹ ਸਾਡੀ ਚਾਈਨੀਜ਼ ਹੈ। ਤਾਂ ਉਹ ਸਾਰਾ ਚਾਈਨੀਜ਼ ਪ੍ਰੋਡਕਟ ਹੁੰਦਾ ਹੈ ਜਿਹੜਾ ਅਸੀਂ ਕੁਛ ਵੀ ਪ੍ਰੋਡਕਟ ਹੈ, ਤੁਸੀਂ ਆਲੇ ਦੁਆਲੇ ਆਪਦੇ ਦੇਖੋ ਤਾਂ ਮੋਸਟਲੀ ਹਰੇਕ ਪ੍ਰੋਡਕਟ ਜਿਹੜਾ ਤੁਹਾਡਾ ਹੈ, ਜਿਹੜਾ ਆਈਫੋਨ ਵੀ ਤੁਸੀਂ ਯੂਜ਼ ਕਰ ਰਹੇ ਹੋ ਹੱਥ 'ਚ ਫੜਿਆ ਹੋਇਆ, ਜਿਹਦੇ ਤੋਂ ਵੀਡੀਓ ਬਣਾ ਕੇ ਬੰਦੇ ਇਹ ਪਾਉਂਦੇ ਆ ਕਿ ਚਾਈਨਾ ਦੇ ਪ੍ਰੋਡਕਟਸ ਦਾ ਜਿਹੜਾ ਉਹ ਬਾਈਕਾਟ ਕਰੀਏ। ਜਾਂ ਹੁਣ ਇੱਕ ਮਿਸਾਲ ਦੇ ਤੌਰ 'ਤੇ ਇੱਕ BJP ਦੇ ਲੀਡਰ ਨੇ ਹੁਣੇ, ਜਿਹੜਾ ਲੋਕਲ ਲੈਵਲ ਦਾ ਇੱਕ ਲੀਡਰ ਸੀਗਾ ਮੇਰੇ ਸ਼ਹਿਰ ਦਾ, ਉਹਨੇ ਪਾ ਰੱਖਿਆ ਸੀਗਾ ਕਿ ਟਿਕਟੌਕ ਮੈਂ ਤਾਂ ਅਨਇੰਸਟਾਲ ਕਰਤੀ ਅਤੇ ਮੇਰੇ ਨਾਲ ਦਿਆਂ ਨੇ ਵੀ ਕਰਤੀ ਅਤੇ ਤੁਸੀਂ ਵੀ ਕਰ ਦਿਓ। ਤਾਂ ਫਿਰ ਭਾਈ ਟਿਕਟੌਕ ਅਨਇੰਸਟਾਲ ਕਿਉਂ ਕੀਤੀ ਹੈ? ਮੋਸਟਲੀ ਜਿਹੜੇ ਫੋਨਸ ਯੂਜ਼ ਹੋ ਰਹੇ ਆ, ਤੁਹਾਡੇ ਹੱਥ 'ਚ ਜਿਹੜਾ ਫੋਨ ਹੈ ਉਹ ਫੋਨ ਵੀ ਚੀਨ ਦਾ ਹੀ ਬਣਿਆ ਹੋਣਾ ਹੈ। ਤਾਂ ਇੱਕ ਕੰਮ ਕਰੋ, ਆਪਦੇ ਫੋਨ ਨੂੰ ਜਾਂ ਤਾਂ ਗਟਰ 'ਚ ਸਿੱਟ ਦਿਓ ਜਾਂ ਨਾਲੀ 'ਚ ਸਿੱਟ ਦਿਓ। ਅੱਜ ਤੋਂ ਬਾਅਦ ਆਪਦੇ ਪਰਿਵਾਰ ਨੂੰ ਕਹਿ ਦਿਓ ਕੋਈ ਵੀ ਫੋਨ ਜਿਹੜਾ ਉਹ ਯੂਜ਼ ਨਾ ਕਰਿਓ। ਆਪਦੇ ਕੱਪੜਿਆਂ 'ਤੇ ਵੀ ਨਿਗਾਹ ਮਾਰ ਲਓ, ਮੇਰੇ ਖਿਆਲ ਉਹ ਵੀ ਚੀਨ ਚੂਨ ਦੀ ਫੈਕਟਰੀ 'ਚ ਬਣ ਕੇ ਆਏ ਹੋਣੇ ਆ। ਉਹਦੀ ਥਾਂ 'ਤੇ ਨਵੇਂ ਕੱਪੜੇ ਸੰਭਾਲੋ, ਉਹ ਕੱਪੜੇ ਵੀ ਬੰਦ ਕਰ ਦਿਓ। ਸੋ ਇਹ ਬੇਤੁਕੀਆਂ ਗੱਲਾਂ, ਇਹ ਨਿਰੀਆਂ ਬਕਵਾਸ ਗੱਲਾਂ ਹੈ ਵੀ ਚਾਈਨੀਜ਼ ਪ੍ਰੋਡਕਟਸ ਨੂੰ ਬੈਨ ਕਰਨ ਨਾਲ ਚੀਨ ਨੂੰ ਉਹਦੇ ਨਾਲ ਕੀ ਨੁਕਸਾਨ ਨਹੀਂ ਹੋਣਾ। ਨੁਕਸਾਨ ਹੁੰਦਾ ਹੈ ਕਿ ਤੁਸੀਂ ਇੰਪੋਰਟਸ ਬੰਦ ਕਰਤੀਆਂ ਤਾਂ ਨੁਕਸਾਨ ਹੋਣਾ ਹੈ। ਇੰਪੋਰਟਸ ਤਾਂ ਆ ਰਹੀਆਂ, ਤੁਸੀਂ ਨੁਕਸਾਨ ਆਪਣੀ ਭੈਣ ਭਰਾ ਦਾ ਕਰ ਰਹੇ ਹੋ। ਕਿਵੇਂ ਹੈ, ਮੈਂ ਤੁਹਾਨੂੰ ਮਿਸਾਲ ਦੇ ਤੌਰ 'ਤੇ ਦੱਸਦਾ। ਮੰਨ ਲਓ ਇੱਕ ਮੋਬਾਈਲ ਰਿਟੇਲਰ ਹੈ ਜਿਹੜਾ ਮੋਬਾਈਲ ਦਾ ਕੰਮ ਕਰਦਾ, ਜੋ ਚਾਈਨੀਜ਼ ਮੋਬਾਈਲ ਵੇਚਦਾ ਹੈ ਇਕੱਲੇ। ਉਹ ਬੰਦੇ ਨੇ ਦਿੱਲੀ ਦੇ ਕਿਸੇ ਡੀਲਰ ਤੋਂ, ਜੋ ਚਾਈਨੀਜ਼ ਉਹ ਜਿਹੜੀ ਮੋਬਾਈਲ ਦੀ ਕੰਪਨੀ ਸੀ, ਉਹਦੇ ਤੋਂ ਜਿਹੜਾ ਮੋਬਾਈਲ ਖਰੀਦੇ ਅਤੇ ਉਹ ਲਿਆ ਕੇ ਰੱਖੇ ਆਪਦੇ ਕੋਲੇ। ਹੁਣ ਉਹਨੇ ਦਿੱਲੀ ਵਾਲੇ ਬੰਦੇ ਨੂੰ ਪੈਸੇ ਦੇਤੇ। ਉਸ ਤੋਂ ਬਾਅਦ ਫਰਦਰ ਦਿੱਲੀ ਵਾਲਾ ਬੰਦਾ ਜਿਹੜਾ ਉਹ ਵੱਡੇ ਡੀਲਰ ਕੋਲੋਂ, ਅਤੇ ਵੱਡਾ ਡੀਲਰ ਜਿਹੜਾ ਉਹ ਚਾਈਨਾ ਤੋਂ ਸਮਾਨ ਮੰਗਵਾਉਂਦਾ ਹੈ। ਤਾਂ ਜਿਹੜਾ ਛੋਟਾ ਬੰਦਾ ਹੈ, ਮੰਨ ਲਓ ਲੁਧਿਆਣੇ ਦੇ ਵਿੱਚ ਹੈ, ਤਾਂ ਲੁਧਿਆਣੇ ਦੇ ਵਿੱਚ ਤੁਸੀਂ ਸੋਚ ਲਿਆ ਵੀ ਮੈਂ ਚਾਈਨੀਜ਼ ਪ੍ਰੋਡਕਟ ਦਾ ਬਾਈਕਾਟ ਕਰ ਦੇਣਾ ਅਤੇ ਮੈਂ ਜੀ ਆ ਫਲਾਣੇ ਬੰਦੇ ਤੋਂ ਮੋਬਾਈਲ ਨਹੀਂ ਖਰੀਦਣਾ ਕਿਉਂਕਿ ਇਹ ਚੀਨ ਦਾ ਹੈ। ਤਾਂ ਉਹਦਾ ਚੀਨ ਨੂੰ ਕੀ ਨੁਕਸਾਨ ਹੋ ਗਿਆ ਉਹਦੇ ਨਾਲ? ਆਹ ਦੇਖੋ, ਜਸਵਿੰਦਰ ਸਿੰਘ ਫਤਿਹ ਸਾਹਿਬ ਜਿਵੇਂ ਲਿਖ ਰਹੇ ਆ, ਬॉयकॉट ਚਾਈਨੀਜ਼ ਪ੍ਰੋਡਕਟਸ, ਸੌਫਟਵੇਅਰ ਇਨ ਅ ਵੀਕ, ਹਾਰਡਵੇਅਰ ਇਨ ਅ ਈਅਰ। ਇਸ ਤਰ੍ਹਾਂ ਪੂਰੀ ਤਰ੍ਹਾਂ ਸੰਭਵ ਹੈ ਜੀ। ਆਹ ਦੇਖੋ, ਤਾਂ ਹੁਣ ਤੁਸੀਂ ਕੀ ਕਰ ਰਹੇ ਹੋ ਬੇਸਿਕਲੀ, ਜਿਵੇਂ ਦੀਵਾਲੀ ਵੇਲੇ ਆਇਆ ਸੀਗਾ ਕਿ ਚਾਈਨੀਜ਼ ਪ੍ਰੋਡਕਟਸ ਨੂੰ ਬੈਨ ਕਰੋ ਅਤੇ ਇਕੱਲੇ ਦੀਵੇ ਬਾਲ ਲਓ। ਤਾਂ ਚਾਈਨੀਜ਼ ਪ੍ਰੋਡਕਟ ਨੂੰ ਬੈਨ ਕਰਨ ਦਾ ਮਤਲਬ ਕੀ ਸੀਗਾ? ਦੀਵੇ ਬਾਲੋ ਕਿ ਤੁਸੀਂ ਚਾਈਨਾ ਦੀਆਂ ਲਾਈਟਾਂ ਜਿਹੜੀਆਂ ਆਉਂਦੀਆਂ ਉਹਨਾਂ ਨੂੰ ਨਾ ਚਲਾਓ ਜਿਵੇਂ ਦੀਵਾਲੀ ਹੁੰਦੀ ਹੈ। ਉਹ ਜਿਹੜਾ ਆਮ ਛੋਟਾ ਦੁਕਾਨਦਾਰ ਹੈ, ਜਿਹੜਾ ਬਹੁਤ ਛੋਟੇ ਲੈਵਲ ਦਾ ਹੈ, ਉਹ ਛੋਟੇ ਲੈਵਲ ਦਾ ਦੁਕਾਨਦਾਰ ਉਹ ਆਲਰੇਡੀ ਖਰੀਦ ਚੁੱਕਿਆ, ਉਹ ਪੈਸੇ ਦੇ ਚੁੱਕਿਆ ਹੈ। ਜਦੋਂ ਆਲਰੇਡੀ ਉਹ ਚੀਜ਼ ਖਰੀਦ ਚੁੱਕਿਆ, ਉਹਦੇ ਪੈਸੇ ਦੇ ਚੁੱਕਿਆ, ਤਾਂ ਜਦੋਂ ਉਹਦੇ ਤੋਂ ਉਹ ਪ੍ਰੋਡਕਟ ਨਹੀਂ ਖਰੀਦ ਰਹੇ ਤਾਂ ਚੀਨ ਨੂੰ ਕੋਈ ਨੁਕਸਾਨ ਨਹੀਂ ਹੋਣਾ। ਤੁਸੀਂ ਆਪਦੇ ਉਹੀ ਜਿਹੜਾ ਛੋਟਾ ਦੁਕਾਨਦਾਰ ਹੈ ਉਹਨੂੰ ਮਾਰ ਦੇਣਾ, ਗਰੀਬ ਨੂੰ। ਸਿਮਿਲਰਲੀ ਜੇ ਮੰਨ ਲਓ ਜਿਵੇਂ ਮੈਂ ਮੋਬਾਈਲ ਦੀ ਮਿਸਾਲ ਦੇ ਰਿਹਾ ਸੀਗਾ, ਚੀਨ ਨੂੰ ਕੋਈ ਫਰਕ ਪੈਣ ਲੱਗਿਆ ਤੁਸੀਂ ਫੋਨਸ ਦਾ ਬਾਈਕਾਟ ਕਰ ਰਹੇ ਹੋ, ਤੁਸੀਂ ਟਿਕਟੌਕ ਦਾ ਬਾਈਕਾਟ ਕਰ ਰਹੇ ਹੋ। ਜਦੋਂ ਪਾਕਿਸਤਾਨ ਦੇ ਨਾਲ ਸਾਡੀ ਜੰਗ ਲੱਗਦੀ ਹੈ ਉਦੋਂ ਤਾਂ ਸਾਡਾ ਕੌਮੀ ਮੀਡੀਆ ਵੀ, ਔਰ ਉਦੋਂ ਜਿਹੜੇ ਆ ਸਾਰੇ ਸੋ ਕਾਲਡ ਲੀਡਰਸ ਨੇ,
ਅਸੀਂ ਜੀ ਲਾਹੌਰ ਤੱਕ ਕਬਜ਼ਾ ਕਰ ਲਾਂਗੇ, ਅਸੀਂ ਜੀ ਠੋਕ ਦਿਆਂਗੇ, ਅਸੀਂ ਆਹ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ। ਪਤਾ ਹੈ ਉਹ ਸਾਡੇ ਤੋਂ ਕਮਜ਼ੋਰ ਮੁਲਕ ਹੈ, ਤਾਕਤ ਦੇ ਵਿੱਚ ਵੀ ਕਮਜ਼ੋਰ ਹੈ ਔਰ ਡਿਪਲੋਮੈਟਿਕਲੀ ਵੀ ਕਮਜ਼ੋਰ ਹੈ। ਹੁਣ ਇੱਕ ਬੰਦਾ ਜਿਹੜਾ ਬਰਾਬਰ ਦਾ ਹੈ ਜਾਂ ਤਕੜਾ ਹੈ, ਉਦੋਂ ਕਹਿ ਰਹੇ ਆ ਜੀ ਟਿਕਟੌਕ ਨੂੰ ਜਿਹੜਾ ਅਨਇੰਸਟਾਲ ਕਰ ਦਿਓ, ਚਲੋ ਜੀ। ਤਾਂ ਬੇਸਿਕਲੀ ਇਹ ਸਿਰਫ ਮੂਰਖਤਾ ਹੈ। ਤੁਸੀਂ ਚਾਈਨੀਜ਼ ਪ੍ਰੋਡਕਟਸ ਤੁਹਾਡੇ ਘਰ ਘਰ ਤੱਕ ਪਹੁੰਚ ਚੁੱਕੇ ਹੈ, ਉਹ ਪ੍ਰੋਡਕਟਸ ਤੁਹਾਡੇ ਹੀ ਭੈਣ ਭਰਾ ਮਾਰਕੀਟ ਦੇ ਵਿੱਚ ਵੇਚਦੇ ਹੈ। ਤੁਸੀਂ ਬੰਦ ਹੋਣਾ ਤਾਂ ਮੋਦੀ ਸਾਹਿਬ ਨੂੰ ਕਹੋ ਕਿ ਤੁਸੀਂ ਇੰਪੋਰਟਸ ਬੰਦ ਕਰੋ। ਜਿਹੜੇ ਦੇਸ਼ ਦੇ ਵਿੱਚ, ਜਦੋਂ ਦੇਸ਼ ਦੇ ਵਿੱਚ ਇੱਕ ਚੀਜ਼ ਆ ਹੀ ਗਈ, ਜਿਹੜੇ ਪ੍ਰੋਡਕਟਸ ਕੰਟਰੀ ਦੇ ਵਿੱਚ ਆ ਹੀ ਗਏ, ਉਹ ਤਾਂ ਸਾਡੇ ਲੋਕਾਂ ਨੇ ਪੈਸੇ ਦੇ ਕੇ ਮੰਗਾ ਹੀ ਲਏ ਨੇ। ਜਿਹੜੇ ਪ੍ਰੋਡਕਟਸ ਮਾਰਕੀਟ 'ਚ ਚਾਈਨੀਜ਼ ਅਵੇਲੇਬਲ ਨੇ, ਉਹ ਸਾਡੇ ਹੀ ਭੈਣ ਭਰਾਵਾਂ ਨੇ ਚੇਨ ਆਫ ਸਿਸਟਮ ਸਾਡੇ ਮੁਲਕ ਤੋਂ ਪੈਸਾ ਦੇ ਕੇ ਉਹ ਤਾਂ ਮੰਗਵਾ ਹੀ ਚੁੱਕੇ ਹਾਂ ਅਸੀਂ, ਉਹ ਇੱਥੇ ਪਹੁੰਚ ਹੀ ਚੁੱਕੇ ਨੇ। ਸੋ ਜੇ ਬੰਦ ਹੋਣਾ ਤਾਂ ਇੰਪੋਰਟਸ ਬੰਦ ਹੋਣ, ਤਾਂ ਤੁਸੀਂ ਇੰਪੋਰਟਸ ਤਾਂ ਬੰਦ ਕਰ ਨਹੀਂ ਸਕਦੇ। ਵਰਲਡ ਵਾਈਡ ਪ੍ਰੈਸ਼ਰ ਹੈ ਤੁਹਾਡੇ ਉੱਤੇ, ਡਿਪਲੋਮੈਟਿਕ ਗੱਲਾਂ ਨੇ, ਤੁਸੀਂ ਇੰਪੋਰਟਸ ਕਿਵੇਂ ਬੰਦ ਕਰ ਸਕਦੇ ਹੋ? ਤੁਹਾਡੀ ਹੋਰ 4 ਥਾਂ ਤੋਂ ਤੁਹਾਡਾ ਇਕੱਲੇ ਚੀਨ ਦੇ ਇੰਪੋਰਟਸ ਤੁਸੀਂ ਬੰਦ ਕਰਦੇ ਹੋ, ਤੁਹਾਡੀ 10 ਥਾਂ ਤੋਂ ਹੋਰ ਜਿਹੜਾ ਸੋਰਸ ਆਫ ਇਨਕਮ ਬੰਦ ਹੋ ਜਾਊਗਾ ਕੰਟਰੀ ਵਾਈਜ਼। ਔਰ ਇੰਟਰਨੈਸ਼ਨਲ ਟ੍ਰੇਡ ਦੇ ਕੁਝ ਰੂਲਸ ਨੇ। ਤਾਂ ਸਿਰਫ ਇਹ ਕੁਛ ਇੱਕ ਜਿਹੜੇ ਵਿਲਡ ਲੀਡਰਸ, ਜਿਹੜੇ ਸਾਡੇ ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਹੁੰਦਾ, ਜਿਹੜੇ ਲੀਡਰਸ ਦਾ ਗੱਲਾਂ ਦਾ, ਉਹ ਲੀਡਰਸ ਸਿਰਫ ਆਪਦੀ ਅਖਬਾਰਾਂ 'ਚ ਫੋਟੋ ਲਵਾਉਣ ਵਾਸਤੇ। ਔਰ ਬਿਲਕੁਲ ਮੈਂ ਤਾਂ ਕਹਿ ਰਿਹਾ, ਪੰਜਾਬ ਪੰਜਾਬੀਅਤ ਜ਼ਿੰਦਾਬਾਦ ਜਿਨ੍ਹਾਂ ਦਾ ਪੇਜ ਹੈ, ਜਿਹੜਾ ਮੇਰੇ ਵੀ ਹੱਥ 'ਚ ਫੋਨ ਫੜਿਆ ਹੈ, ਇਹ ਵੀ ਚੀਨ ਦਾ ਹੈ। ਔਰ ਜਿਨ੍ਹਾਂ ਦੇ ਫੋਨ, ਇੱਕ ਦੋਸਤ ਨੇ, ਮਿੱਤਰ ਨੇ ਲਿਖਿਆ ਜੀ, ਇੱਕ ਲੀਡਰ ਨੇ ਵੀ ਮੈਂ ਤਾਂ ਟਿਕਟੌਕ ਅਨਇੰਸਟਾਲ ਕਰਤੀ। ਫਿਰ ਟਿਕਟੌਕ ਨੂੰ ਕੀ ਫਰਕ ਪਊਗਾ? ਕਿਸੇ ਨਾਲ ਕੀ ਫਰਕ? ਕਵਲਜੀਤ ਸਿੰਘ ਕਹਿ ਰਿਹਾ ਨਹੀਂ ਜੀ ਫਰਕ ਪਊਗਾ, ਪਰ ਬੈਨ ਨਾਲ ਆਪਣੀ ਮੈਨੂਫੈਕਚਰਿੰਗ ਯੂਨਿਟ ਸਟਾਰਟ ਹੋਵੇ। ਭਾਜੀ ਇੰਪੋਰਟਸ ਬੰਦ ਹੋਣ ਨਾ, ਜਿਹੜਾ ਇੱਕ ਦੁਕਾਨਦਾਰ, ਮੈਂ ਮਿਸਾਲ ਦੇ ਰਿਹਾ, ਛੋਟਾ ਦੁਕਾਨਦਾਰ ਮੰਨ ਲਓ ਘੁਮਾਰ ਮੰਡੀ ਦੇ ਵਿੱਚ ਕੱਪੜੇ ਦਾ ਕੰਮ ਕਰਦਾ, ਉਹ ਚਾਈਨਾ ਦਾ ਕੱਪੜਾ ਆਉਂਦਾ ਹੈ, ਉਹ ਪੂਰੀ ਚੇਨ ਦੇ ਤਹਿਤ ਉਹਦੇ ਤੱਕ ਕੱਪੜਾ ਪਹੁੰਚ ਗਿਆ, ਉਹ ਫਾਈਨਲ ਪ੍ਰੋਡਕਟ ਵੇਚਣ ਵਾਲਾ ਬੰਦਾ ਹੈ। ਉਸ ਬੰਦੇ ਨੇ ਮੰਨ ਲਓ ਘੁਮਾਰ ਮੰਡੀ ਵਾਲੇ ਨੇ ਉਹ ਕੱਪੜਾ ਦਿੱਲੀ ਦੇ ਕਿਸੇ ਵਪਾਰੀ ਤੋਂ ਖਰੀਦਿਆ, ਦਿੱਲੀ ਦੇ ਵਪਾਰੀ ਨੇ ਵੱਡਾ ਜਿਹੜਾ ਇੰਪੋਰਟਰ ਹੈ ਉਹਦੇ ਤੋਂ ਖਰੀਦਿਆ ਹੈ, ਔਰ ਇੰਪੋਰਟਰ ਨੇ ਚੀਨ ਤੋਂ ਇੰਪੋਰਟ ਕੀਤਾ ਹੋਇਆ ਹੈ। ਤਾਂ ਉਹ ਚੀਨ ਤੋਂ ਇੰਪੋਰਟ ਹੋ ਕੇ ਵੱਡੇ ਵਪਾਰੀ ਕੋਲੇ ਆ ਗਿਆ, ਵੱਡੇ ਵਪਾਰੀ ਨੇ ਛੋਟੇ ਵਪਾਰੀ ਨੂੰ ਦਿੱਤਾ, ਛੋਟੇ ਵਪਾਰੀ ਕੋਲੋਂ ਛੋਟੀਆਂ ਮੰਡੀਆਂ ਤੇ ਛੋਟੇ ਸ਼ਹਿਰਾਂ ਵਾਲੇ ਲੋਕ ਜਾ ਕੇ ਦਿੱਲੀੋਂ ਖਰੀਦ ਲਿਆਏ। ਜਦੋਂ ਹੁਣ ਉਹਨਾਂ ਨੇ ਆਪਦੇ ਪੈਸਿਆਂ ਦਾ ਵੇਚਣਾ ਹੈ ਸਮਾਨ, ਤੁਸੀਂ ਉਦੋਂ ਕਹਿ ਰਹੇ ਹੋ ਕਿ ਇਹਨੂੰ ਬੰਦ ਕਰ ਦਿਓ ਜੀ, ਇਹਨੂੰ ਬਾਈਕਾਟ ਕਰ ਦਿਓ, ਇਹਨੂੰ ਬੈਨ ਕਰ ਦਿਓ। ਇਹ ਪੋਸੀਬਲ ਹੀ ਨਹੀਂ ਹੈ ਗੱਲ ਯਾਰ। ਪੂਰੇ ਇੰਡੀਆ ਦੇ ਵਿੱਚ ਇਹ ਪੋਸੀਬਲ ਹੀ ਨਹੀਂ ਹੈ ਕਿ ਤੁਸੀਂ ਚਾਈਨੀਜ਼ ਪ੍ਰੋਡਕਟ ਜਿਹੜਾ ਹੈ ਉਹ ਤੁਸੀਂ ਬੈਨ ਕਰਦੇ ਹੋ ਜਾਂ ਤੁਸੀਂ ਉਹਨੂੰ ਬਾਈਕਾਟ ਕਰਦੇ ਹੋ। ਕਿਸੇ ਹਾਲ ਦੇ ਵਿੱਚ ਵੀ ਪੋਸੀਬਲ ਨਹੀਂ ਹੈ ਇਹ। ਤਾਂ ਇਸ ਤਰ੍ਹਾਂ ਦੀਆਂ ਗੱਲਾਂ ਸਿਰਫ ਅਖਬਾਰੀ ਸੁਰਖੀਆਂ ਬਣਾਉਣ ਵਾਸਤੇ, ਜਾਂ ਫਿਰ ਕਹਿ ਲਓ ਕਿ ਸਿਰਫ 2 ਦਿਨ, ਕਿਉਂਕਿ ਹੋਰ ਤਾਂ ਕੋਈ ਜਵਾਬ ਹੈ ਨਹੀਂ ਹੈ। ਹੁਣ ਇਸ ਵੇਲੇ ਸਰਕਾਰ ਕੋਲੇ ਕੋਈ ਜਵਾਬ ਨਹੀਂ ਹੈ ਗੱਲ ਦੇਣ ਨੂੰ, ਔਰ ਤੁਸੀਂ ਇਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਕਹਿ ਦਿਓ ਕਿ ਜਿਹੜਾ ਉਹ ਚਾਹੇ ਟਿਕਟੌਕ ਦੇ ਗੁੱਸਾ ਕੱਢ ਲਓ, ਚਾਹੇ ਕਿਸੇ ਹੋਰ ਤੇ ਕੱਢ ਲਓ, ਬਸ ਦੈਟਸ ਇਟ। ਇਹਦੇ ਨਾਲ ਹੀ ਜਿਹੜਾ ਤੁਸੀਂ ਚਾਹੁੰਦੇ ਹੋ ਵੀ ਬੈਨ ਕਰਨ ਨਾਲ ਜਾਂ ਬਾਇਕਾਟ ਕਰਨ ਦੇ ਨਾਲ ਹੱਲ ਹੈ। ਹਰ ਵਾਰੀ ਜਦੋਂ ਵੀ ਚੀਨ ਤੁਹਾਨੂੰ ਅੱਖਾਂ ਕੱਢਦਾ, ਉਦੋਂ ਮੁਹਿੰਮ ਜੀ ਚਲਾ ਦਿਓ ਤੁਸੀਂ ਕਿ ਬੈਨ ਕਰ ਦਿਓ ਜਾਂ ਬਾਇਕਾਟ ਕਰ ਦਿਓ, ਦੈਟਸ ਇਟ। ਉਹਦੇ ਨਾਲ ਇੰਪੈਕਟ ਇਹ ਹੈ ਕਿ ਤੁਸੀਂ ਤੁਹਾਡਾ ਜਿਹੜਾ ਫਾਈਨਲ ਪ੍ਰੋਡਕਟ ਵੇਚਣ ਵਾਲਾ ਦੁਕਾਨਦਾਰ ਹੈ, ਜਿਹੜਾ ਵਿਚਾਰਾ ਬਹੁਤ ਔਖਾ ਹੋ ਕੇ ਗਰੀਬੀ ਗੁਰਬਤ ਦੀ ਜ਼ਿੰਦਗੀ ਕੱਟਣ ਵਾਲਾ, ਜਿਹੜਾ ਰੋਜ਼ ਦਾ 500-700 ਹਜ਼ਾਰ ਰੁਪਇਆ ਕਮਾਉਣ ਵਾਲਾ ਬੰਦਾ ਹੈ, ਤੁਸੀਂ ਥੋੜ੍ਹੇ ਸਮੇਂ ਵਾਸਤੇ ਉਹਨੂੰ ਇਫੈਕਟ ਪਾਉਂਦੇ ਹੋ, ਔਰ ਉਹਦਾ ਥੋੜ੍ਹੇ ਸਮੇਂ ਦਾ ਪਿਆ ਹੋਇਆ ਇਫੈਕਟ ਵੀ ਉਹਦੇ ਵਾਸਤੇ ਵੱਡਾ ਇਫੈਕਟ ਪੈਂਦਾ ਹੈ। ਜਿਵੇਂ ਮਿਸਾਲ ਦੇ ਤੌਰ 'ਤੇ ਦੀਵਾਲੀ ਵੇਲੇ ਅਕਸਰ ਇਹ ਵਿਹਲੀ ਗੱਲ ਚੱਲਦੀ ਹੁੰਦੀ ਹੈ, ਚੀਨ ਦੇ ਪ੍ਰੋਡਕਟ ਨਹੀਂ, ਐਤਕੀ ਮਿੱਟੀ ਦੇ ਦੀਵੇ, ਜਾਂ ਤਾਂ ਫਿਰ 6 ਮਹੀਨੇ ਪਹਿਲਾਂ ਦੀਵਾਲੀ ਦੀਆਂ ਤਿਆਰੀਆਂ ਦੁਕਾਨਦਾਰ ਕਰਨੇ ਸ਼ੁਰੂ ਕਰ ਦਿੰਦੇ ਹੁੰਦੇ ਆ। ਹੁਣ ਤਾਂ ਚਲੋ ਕਰੋਨਾ ਹੈ, ਤਾਂ ਦੀਵਾਲੀ ਦਾ ਜਿਹੜੇ ਲਾਈਟਿੰਗ ਲੂਟਿੰਗ ਲੱਗਣੀ ਹੈ, ਇਹਨਾਂ ਦਿਨਾਂ 'ਚ ਉਹਦੀ ਇੰਪੋਰਟ ਆਉਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਉਹ ਪੂਰੇ ਚੇਨ ਦੇ ਤਹਿਤ, ਸਿਸਟਮ ਦੇ ਤਹਿਤ ਅਕਤੂਬਰ ਤੱਕ ਡਿਸਟਰੀਬਿਊਟ ਹੁੰਦਾ ਪੂਰੀ ਕੰਟਰੀ 'ਚ। ਤਾਂ ਬੰਦ ਹੋਵੇ ਤਾਂ ਇੰਪੋਰਟ ਹੋਵੇ। ਜਦੋਂ ਉਹ ਚੀਜ਼ ਮੰਗਾ ਹੀ ਲਈ, ਮੰਗਾਉਣ ਤੋਂ ਬਾਅਦ ਦੁਕਾਨਦਾਰਾਂ ਤੱਕ ਚਲੀ ਗਈ, ਦੁਕਾਨਦਾਰਾਂ ਨੇ ਆਪਦੇ ਬਾਹਰ ਲਾ ਲਈ, ਉਦੋਂ ਕਹਿ ਦਿੰਦੇ ਆ ਕਿ ਇਹਨੂੰ ਬੰਦ ਕਰ ਦਿੱਤਾ ਜਾਵੇ, ਇਹ ਇੰਪੋਰਟਸ ਨਾ ਕੀਤੇ ਜਾਣ, ਇਹ ਨਾ ਖਰੀਦਿਆ ਜਾਵੇ, ਅਸੀਂ ਚਾਈਨਾ ਦਾ ਬਾਇਕਾਟ ਕਰ ਦਿਓ। ਤਾਂ ਉਹਦੇ ਨਾਲ ਨੁਕਸਾਨ ਕਿਹਦਾ ਹੈ? ਉਹਦੇ ਨਾਲ ਉਹ ਨੁਕਸਾਨ ਉਸੇ ਬੰਦੇ ਦਾ ਹੀ ਹੈ ਜਿਹੜਾ ਤੁਹਾਡਾ ਭੈਣ ਭਰਾ, ਜਿਹੜਾ ਵਿਚਾਰਾ ਆਪਦੀ ਰੋਟੀ ਖਾਣ ਵਾਲਾ, ਉਹ ਸਮਾਨ ਖਰੀਦ ਕੇ ਬੈਠਾ ਹੈ, ਜਿਹੜਾ ਵਿਚਾਰਾ ਕੋਈ ਰੇਹੜੀ ਲਾ ਕੇ ਬੈਠਾ ਹੈ, ਜਿਹੜਾ ਵਿਚਾਰਾ ਕੋਈ ਆਮ ਬਹੁਤ ਛੋਟਾ
ਦੁਕਾਨਦਾਰ ਹੈ ਉਹਨੂੰ ਇੰਪੈਕਟ ਪੈਂਦਾ। ਚੀਨ ਕੋਲੇ ਤਾਂ ਉਹਦੀ ਪੇਮੈਂਟ 3 ਮਹੀਨੇ 4 ਮਹੀਨੇ ਪਹਿਲਾਂ ਚੇਨ ਦੇ ਟੌਪ ਆਫ ਸਿਸਟਮ ਤੇ ਪਹੁੰਚ ਚੁੱਕੀ ਸੀ। ਜਿਵੇਂ ਮੇਰਾ ਇੱਕ ਨੋਨ ਹੈ, ਉਹ ਬੰਦਾ ਗਾਰਮੈਂਟਸ ਲਾਈਨ ਦੇ ਵਿੱਚ ਕੰਮ ਕਰਦਾ, ਤਾਂ ਉਹ ਸਾਲ ਦੇ ਵਿੱਚ 2 ਵਾਰੀ ਜਾਂਦਾ ਹੈ। ਗਰਮੀਆਂ 'ਚੋਂ ਸਰਦੀਆਂ ਦੇ ਕੱਪੜੇ ਲੈਣ ਜਾਂਦੇ ਆ, ਅਤੇ ਸਰਦੀਆਂ 'ਚੋਂ ਗਰਮੀਆਂ ਦੇ ਕੱਪੜੇ ਲੈਣ ਜਾਂਦੇ ਆ। ਜਿਹੜੀ ਪਰਚੇਜ਼ਿੰਗ ਹੁੰਦੀ ਹੈ, ਤਾਂ ਜਿਹੜਾ ਹੁਣ ਮੰਨ ਲਓ ਹੁਣ ਗਰਮੀ ਚੱਲ ਰਹੀ ਹੈ, ਜਿਹੜੇ ਆਉਣ ਵਾਲੇ ਸਿਆਲਾਂ ਦਾ ਮਾਲ ਪੈਣਾ, ਇਹਨਾਂ ਦਿਨਾਂ 'ਚੋਂ ਜਾ ਕੇ ਸਿਆਲਾਂ ਦਾ ਮਾਲ ਪਾ ਕੇ ਆਉਂਦੇ ਆ। ਤਾਂ ਜੇ ਬੰਦ ਕਰਾਉਣਾ ਤਾਂ ਇਹਨਾਂ ਦਿਨਾਂ 'ਚ ਸਿਆਲਾਂ ਦਾ ਮਾਲ ਜਿਹੜਾ ਬੰਦ ਹੋਵੇ। ਜਦੋਂ ਮਾਲ ਆ ਹੀ ਗਿਆ, ਪੈਸਾ ਤੁਹਾਡੀ ਕੰਟਰੀ 'ਚੋਂ ਬਾਹਰ ਚਲਾ ਗਿਆ, ਤਾਂ ਉਦੋਂ ਬਾਅਦ ਤੁਸੀਂ ਕਹਿ ਦਿੰਦੇ ਹੋ ਕਿ ਇਹਨੂੰ ਬੈਨ ਕਰ ਦਿਓ ਜੀ। ਉਹਦਾ ਕੀ ਸਹਾਰਾ ਹੈ? ਉਹਦਾ ਕੀ ਫਾਇਦਾ ਬੈਨ ਕੀਤੇ ਦਾ? ਤਾਂ ਬੇਸਿਕਲੀ ਇਹ ਸਾਰਾ ਜਿਹੜਾ ਹੈ ਇਹ ਜੋ ਵੀ ਕੀਤਾ ਜਾ ਰਿਹਾ, ਕੈਂਡਲ ਲਾਈਟਸ ਕਰ ਰਹੇ ਹੋ ਤੁਸੀਂ ਤੁਹਾਡੇ ਯਾਦ ਕਰੋ ਪੁਲਵਾਮਾ ਅਟੈਕ ਦੇ ਵੇਲੇ ਕਿੰਨਾ ਜ਼ਬਰਦਸਤ ਕਵਰੇਜ ਹਰੇਕ ਚੀਜ਼ ਨੂੰ ਦਿੱਤੀ ਗਈ। ਜਿਹੜੇ ਸ਼ਹੀਦ ਹੋਏ ਉਹਨਾਂ ਦੇ ਘਰਾਂ ਤੱਕ ਕਵਰੇਜ ਮਿਲੀ, ਨੈਸ਼ਨਲ ਮੀਡੀਆ ਉੱਥੋਂ ਤੱਕ ਪਹੁੰਚਿਆ। ਹੁਣ ਸਾਰਾ ਦਿਨ ਤੁਸੀਂ ਨੋਟਿਸ ਕਰੋ ਕਿ ਕਿੰਨੇ ਕੁ ਘਰਾਂ 'ਚ ਨਹੀਂ ਗਏ, ਬਹੁਤੇ ਘਰਾਂ 'ਚ ਤੁਹਾਨੂੰ ਜਿਹੜੇ ਸ਼ਹੀਦ ਹੋਏ ਆ, ਸਾਡੇ 20 ਦੇ ਕਰੀਬ ਸ਼ਹੀਦ ਹੋਏ, ਤਾਂ ਉਹਨਾਂ ਦੇ ਘਰਾਂ 'ਚ ਕਿਉਂ ਨਹੀਂ ਜਾ ਰਹੇ? ਉਹ ਚਾਹੁੰਦੇ ਨਹੀਂ ਕਿ ਤੁਸੀਂ ਇਹ ਗੱਲ ਦੇਖੋ, ਉਹ ਚਾਹੁੰਦੇ ਨਹੀਂ ਕਿ ਤੁਸੀਂ ਇਹ ਦੇਖੋ ਕਿ ਕਿੰਨੀਆਂ ਸ਼ਹਾਦਤਾਂ, ਔਰ ਉਹ ਤੁਹਾਡੇ ਅੰਦਰ ਉਹ ਜਜ਼ਬਾ ਆਵੇ ਕਿ ਆ ਕੀ ਹੋਇਆ। ਸੋ ਕੰਟਰੀ ਵਾਈਜ਼ ਕਹਿ ਲਓ ਕਿ ਡੀਲਿੰਗ ਵੱਖਰੀ ਹੈ ਨਾ, ਪਾਕਿਸਤਾਨ ਵਾਰੀ ਵੱਖਰੀ ਹੁੰਦੀ ਹੈ ਤੇ ਉਹਦੇ ਵਾਰੀ ਵੱਖਰੀ ਹੁੰਦੀ ਹੈ। ਸੋ ਬਹੁਤ ਸਾਰੇ ਕਮੈਂਟਸ ਜਿਹੜੇ ਆ ਰਹੇ ਹੈ, ਉਹ ਇੱਕ ਪੁਰਾਣੇ ਮੁੱਦੇ ਨੂੰ ਲੈ ਕੇ ਹੀ ਜ਼ਿਆਦਾਤਰ ਕਮੈਂਟਸ ਲੋਕ ਇਸ ਇਸ਼ੂ ਦੇ ਉੱਤੇ ਮੈਂ ਗੱਲ ਕਰ ਰਿਹਾ। ਤਾਂ ਸ਼ੇਖਰ ਸ਼ਰਮਾ ਜੀ, ਉਹਦੇ 'ਚ ਇੱਕ ਮੈਂ ਤੁਹਾਨੂੰ ਮਿਸਾਲ, ਠੀਕ ਹੈ ਤੁਸੀਂ ਚੈਨਲ 'ਤੇ ਲੈ ਆਏ ਗੱਲ ਨੂੰ, ਤੁਹਾਡਾ ਰਾਈਟ ਹੈ, ਤੁਸੀਂ ਬੋਲ ਸਕਦੇ ਹੋ ਜੋ ਮਰਜ਼ੀ, ਪਰ ਕੈਮਰੇ ਦੀ ਸੈਟਿੰਗ ਬਾਈ ਜੀ ਮੈਨੂੰ ਚੇਂਜ ਕਰਨੀ ਨਹੀਂ ਆਉਂਦੀ, ਮੈਂ ਬਾਅਦ 'ਚ ਦੇਖ ਲੂँਗਾ, ਕਰ ਲੂँਗਾ ਸੁਖਵੀਰ ਜੀ। ਸੋ ਉਹਦੇ 'ਚ ਇਹ ਹੈ ਕਿ ਹਾਂ ਇੰਪੋਰਟਸ ਬੰਦ ਹੁੰਦੇ ਆ ਤਾਂ ਮੇ ਵੀ ਫਰਕ ਪਵੇ, ਪਰ ਇੰਟਰਨੈਸ਼ਨਲ ਟਰੇਡ ਦੇ ਰੂਲਸ ਨੇ, ਇੰਟਰਨੈਸ਼ਨਲ ਟਰੇਡ ਜਿਹੜੇ ਨੇ ਉਹ ਰੂਲਸ ਦੇ ਤਹਿਤ ਚੱਲਦਾ ਹੈ। ਸੋ ਕੰਟਰੀਆਂ ਦੇ ਉੱਤੇ ਪ੍ਰੈਸ਼ਰਸ ਹੁੰਦੇ, ਕੰਟਰੀਆਂ ਇਸ ਤਰ੍ਹਾਂ ਇੰਪੋਰਟਸ ਬੰਦ ਨਹੀਂ ਕਰ ਸਕਦੀਆਂ ਹੁੰਦੀਆਂ। ਜੇ ਕਰ ਸਕਦੀਆਂ ਹੋਣ ਤਾਂ ਬਹੁਤ ਸਾਰਾ ਚੀਜ਼ਾਂ ਜਿਹੜੀਆਂ ਇੱਥੇ ਮੈਨੂਫੈਕਚਰ ਹੋਣੀਆਂ ਸ਼ੁਰੂ ਹੋ ਜਾਣ ਸਵੇਰ ਤੋਂ। ਸੋ ਇਹ ਇੰਟਰਨੈਸ਼ਨਲ ਟਰੇਡ ਦੇ ਰੂਲਸ ਦੇ ਤਹਿਤ ਇੱਕ ਦੂਜੇ ਦੇ ਨਾਲ ਡਿਪਲੋਮੈਟਿਕਲੀ ਕੰਟਰੀਜ਼ ਨੂੰ ਚੱਲਣਾ ਪੈਂਦਾ। ਇਹੀ ਜਿਹੜੇ ਇੰਟਰਨੈਸ਼ਨਲ ਟਰੇਡ ਸਿਸਟਮ ਹੁੰਦਾ ਉਹਦੇ ਤਹਿਤ ਇਹ ਸਾਰਾ ਕੁਝ ਕੀਤਾ ਜਾਂਦਾ। ਸੋ ਬੜਾ ਸੌਖਾ ਹੈ ਇਹ, ਜਿਹੜੇ ਥੋੜ੍ਹੇ ਬਹੁਤ ਲੀਡਰਸ ਹੈ ਉਹ ਕਹਿ ਦਿੰਦੇ ਆ ਬਾਇਕਾਟ ਕਰ ਦਿਓ, ਆਹ ਕਰ ਦਿਓ, ਇੰਨਾ ਸੌਖਾ ਨਹੀਂ ਹੁੰਦਾ। ਉਹ ਖਾਸ ਤੌਰ 'ਤੇ ਉਹ ਲੋਕ ਜਿਹੜੇ ਸੱਤਾ ਧਿਰ ਦੇ ਵਿੱਚ ਬੈਠੇ ਆ, ਉਹ ਲੋਕ ਇਹ ਕਹਿ ਦਿੰਦੇ ਆ ਬਾਇਕਾਟ ਕਰ ਦਿੱਤਾ ਜਾਵੇ। ਜੀਤ ਜਗਜੀਤ ਵੀਰ ਨੇ ਬਹੁਤ ਅੱਛਾ ਪੁਆਇੰਟ ਰੱਖਿਆ ਕਿ ਚੀਨ ਦਾ ਮਾਲ ਜੇ ਇੰਡੀਆ ਨਾ ਆਵੇ ਤਾਂ ਕੀ ਸਰੂਗਾ ਨਹੀਂ। ਦੇਖੋ ਬਹੁਤ ਸਾਰੇ ਫੈਕਟਰਸ ਨੇ। ਚੀਨ ਕੋਲੇ ਪ੍ਰੋਡਕਸ਼ਨ ਜਿਹੜੀ ਉਹ ਬੜੀ ਸਸਤੀ ਹੁੰਦੀ ਹੈ, ਔਰ ਚੀਨ ਆਪਣਾ ਸਮਾਨ ਬੜਾ ਸਸਤਾ ਪ੍ਰੋਡਿਊਸ ਕਰਦਾ, ਅਤੇ ਉਹ ਤਾਂ ਕਰਕੇ ਇੰਡੀਆ ਸਮੇਤ ਦੁਨੀਆ ਦੇ ਪੂਰੇ ਮੁਲਕਾਂ 'ਚ ਭੇਜ ਦਿੰਦਾ ਹੈ। ਔਰ ਦੂਸਰਾ ਹੁੰਦਾ ਹੈ ਕਿ ਇੰਟਰਨੈਸ਼ਨਲੀ ਜਿਹੜੇ ਪ੍ਰੈਸ਼ਰਸ ਹੁੰਦੇ ਆ ਚੀਨ ਕਿਉਂਕਿ ਵਰਲਡ ਪਾਵਰ ਹੈ, ਇਸ 'ਚ ਕੋਈ ਦੋ ਰਾਏ ਨਹੀਂ ਹੈ। ਅਮਰੀਕਾ ਅਤੇ ਚੀਨ 2 ਵਰਲਡ ਪਾਵਰਸ ਨੇ, ਤਾਂ ਉਹ ਧੱਕਾ ਵੀ ਹੁੰਦਾ ਹੈ। ਜਿਵੇਂ ਇੱਕ ਤੁਹਾਡਾ ਦੋਸਤ ਕਹਿੰਦਾ ਨਾ ਧੱਕਾ ਚੱਲਦਾ ਹੈ, ਉਵੇਂ ਉਹ ਧੱਕਾ ਵੀ ਚੱਲਦਾ ਹੈ ਕਿ ਉਸ ਧੱਕੇ ਦੇ ਤਹਿਤ ਵੀ ਸਮਾਨ ਖਰੀਦਣਾ। ਦੂਸਰਾ ਹੈ ਕਿ ਜਾਂਦੇ ਕੌਣ ਨੇ? ਸਾਡੇ ਲੋਕ ਹੀ ਉੱਥੇ ਜਾ ਰਹੇ ਨੇ, ਸਾਡੇ ਬਾਇਰਸ ਹੀ ਉੱਥੇ ਜਾਂਦੇ ਆ ਹੈ ਨਾ ਆਮ, ਤਾਂ ਉਹਨਾਂ ਨੂੰ ਇੰਡੀਆ 'ਚ ਕੋਸਟ ਆਫ ਪ੍ਰੋਡਕਸ਼ਨ ਮਹਿੰਗੀ ਪੈਂਦੀ। ਜਿਵੇਂ ਮਿਸਾਲ ਦੇ ਤੌਰ 'ਤੇ ਪੰਜਾਬ ਨੂੰ ਇਹਦੇ ਵਿੱਚ ਪੰਜਾਬ ਨੂੰ ਜਿਹੜਾ ਉਹ ਨਿਗਲੈਕਟ ਕੀਤਾ ਗਿਆ। ਸਾਨੂੰ ਹਮੇਸ਼ਾ ਇਹ ਕਹਿ ਦਿੱਤਾ ਗਿਆ ਕਿ ਪੰਜਾਬ ਜਿਹੜਾ ਬਾਰਡਰ ਸਟੇਟ ਹੈ, ਔਰ ਬਾਰਡਰ ਸਟੇਟ ਹੋਣ ਕਰਕੇ ਸਾਡੇ ਇੱਥੇ ਬਹੁਤ ਵੱਡੇ ਯੂਨਿਟਸ ਜਿਹੜੇ ਉਹ ਨਹੀਂ ਲੱਗੇ। ਪੰਜਾਬੀ ਕੈਪੇਬਲ ਨੇ, ਇਸ 'ਚ ਕੋਈ ਦੋ ਰਾਏ ਨਹੀਂ ਹੈ। ਪੰਜਾਬ ਕੈਪੇਬਲ ਹੈ। ਸਾਡੀ ਇੰਡਸਟਰੀ ਪਲੈਨਿੰਗ ਦੇ ਵਿੱਚ ਖਤਮ ਕੀਤੀ ਗਈ ਹੈ। ਤੁਸੀਂ ਦੇਖੋ ਸਾਡੀ ਜਿਹੜੀ ਮੈਨੂਫੈਕਚਰਿੰਗ ਹੁੰਦੀ ਵੀ ਸੀ, ਸਾਡੀ ਬਟਾਲੇ ਐਡੀ ਵੱਡੀ ਇੰਡਸਟਰੀ ਸੀ, ਉਹ ਬਿਲਕੁਲ ਤਬਾਹ ਕਰ ਦਿੱਤੀ ਗਈ। ਸਾਡੀ ਖੰਨਾ ਗੋਬਿੰਦਗੜ੍ਹ ਐਡੀ ਵੱਡੀ ਇੰਡਸਟਰੀ ਸੀ, ਉਹ ਤਬਾਹ ਕਰ ਦਿੱਤੀ ਗਈ। ਤਬਾਹ ਹੁੰਦੀ ਹੈ ਕਿ ਪਾਲਿਸੀਜ਼ ਜਿਹੜੀਆਂ ਹੌਲੀ ਹੌਲੀ ਸਾਡੀ ਹਰ ਤਰ੍ਹਾਂ ਦੀ ਇੰਡਸਟਰੀ ਜਿਹੜੀ ਪੰਜਾਬ ਦੇ ਵਿੱਚ ਇੰਡਸਟਰੀ ਲੱਗਣ ਦੇ ਅਨੁਕੂਲ ਪਰਿਸਥਿਤੀਆਂ ਦਿੱਤੀਆਂ ਨਹੀਂ ਗਈਆਂ। ਜਿਵੇਂ ਮੰਨ ਲਓ ਕੋਈ ਇਮਲੀ ਦਾ ਬੂਟਾ ਲਾਉਣਾ ਹੈ, ਅਤੇ ਜੇ ਉਹ ਗਮਲੇ 'ਚ ਤੁਸੀਂ ਲਾ ਦਿਓਗੇ ਬੂਟਾ ਤਾਂ ਹੋ ਜਾਊਗਾ ਇਮਲੀ ਦਾ, ਪਰ ਉਹਨੇ ਫਲ ਨਹੀਂ ਦੇਣਾ।
ਉਸੇ ਤਰ੍ਹਾਂ ਪੰਜਾਬ ਦੇ ਵਿੱਚ ਨਾਮ ਦੇ ਤੌਰ ਤੇ ਕਹਿ ਦਿੰਦੇ ਆ, ਨਾਮ ਹੀ ਹੈ ਕਿ ਇੰਡਸਟਰੀ ਆ ਜੇ, ਪਰ ਉਹੋ ਜਿਹੇ ਫੈਸਿਲਿਟੀਜ਼ ਨਹੀਂ ਦਿੱਤੀਆਂ ਜਾਂਦੀਆਂ। ਬਿਜਲੀ ਸਸਤੀ ਔਰ ਟੈਕਸਸ ਤੋਂ ਮਾਫੀ। ਹਿਮਾਚਲ ਪ੍ਰਦੇਸ਼ ਨੂੰ ਜਿਹੜਾ ਉਹ ਇੰਡਸਟਰੀ ਵਾਸਤੇ ਅਨੁਕੂਲ ਪ੍ਰਸਥਿਤੀਆਂ ਦਿੱਤੀਆਂ ਗਈਆਂ ਤਾਂ ਲੋਕ ਹਿਮਾਚਲ 'ਚ ਆਪਦੀ ਇੰਡਸਟਰੀ ਲੈ ਜਾਂਦੇ ਆ, ਔਰ ਜਿਹੜੀ ਸਸਤੀ ਲੇਬਰ ਔਰ ਇਹ ਚੀਜ਼ਾਂ ਫੈਕਟਰ ਕਾਊਂਟ ਕਰਦੇ ਆ। ਹੁਣ ਉਹ ਹੋਇਆ ਕੀ ਹੈ ਕਿ ਚੀਨ ਦੇ ਵਿੱਚ ਬਹੁਤ ਸਸਤੀ ਮਿਲਦੀ ਤਾਂ ਚੀਨ ਤੋਂ ਲੋਕ ਜਾ ਕੇ ਖਰੀਦ ਕੇ ਇੱਥੇ ਲਿਆ ਕੇ ਬ੍ਰਾਂਡਿੰਗ ਕਰਕੇ ਵੇਚ ਕੇ ਪੈਸਾ ਕਮਾਉਂਦੇ, ਲੋਕਾਂ ਨੂੰ ਫਿਰ ਵੀ ਸਸਤਾ ਲੱਗਦਾ ਹੈ। ਸੋ ਇਹ ਬਹੁਤ ਵੱਡਾ ਫੈਕਟਰ ਹੈ, ਇਸ ਕਰਕੇ ਲੋਕ ਚੀਨ ਨੂੰ ਪ੍ਰੈਫਰ ਕਰਦੇ ਆ। ਚੀਜ਼ਾਂ ਸਸਤੀਆਂ ਬਹੁਤ ਹੈ, 700 ਰੁਪਏ ਦੇ ਮੋਬਾਈਲ ਫੋਨ ਬਣਾ ਕੇ ਦੇਤੇ ਚੀਨ ਨੇ। ਸੋ ਇਹ ਫੈਕਟਰ ਹੈ। ਹੁਣ ਇਹ ਸਿਰਫ ਇਹ ਬਕਵਾਸ ਹੈ 4 ਦਿਨਾਂ ਦੀ ਕਿ ਅਸੀਂ ਚੀਨ ਦੇ ਪ੍ਰੋਡਕਟਸ ਜਿਹੜੇ ਉਹ ਬੈਨ ਕਰ ਦੇਣੇ ਆ। ਸਭ ਤੋਂ ਪਹਿਲਾਂ ਤਾਂ ਮੇਰੇ ਹੱਥ 'ਚ ਜਿਹੜੇ ਮੋਬਾਈਲ ਤੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਇਹ ਵੀ ਚੀਨ ਦਾ ਬਣਿਆ ਹੋਇਆ। ਤੁਹਾਡੇ ਸਾਰਿਆਂ ਦੇ ਆਲਮੋਸਟ ਜਿਨ੍ਹਾਂ ਦੇ ਹੱਥ 'ਚ ਫੋਨਸ ਹੋਣਗੇ ਸਾਰੇ ਚੀਨ ਦੇ ਬਣੇ ਹੋਏ ਆ। ਤਾਂ ਇਹ ਪ੍ਰੈਕਟੀਕਲੀ ਪੋਸੀਬਲ ਨਹੀਂ ਹੈ ਜਦੋਂ ਤੱਕ ਸਾਡੇ ਇੰਪੋਰਟਸ, ਔਰ ਇਹ 1 ਜਾਂ 2 ਸਾਲ ਦੀ ਗੱਲ ਨਹੀਂ ਹੈ ਕਿ 1 ਜਾਂ 2 ਸਾਲਾਂ ਦੇ ਵਿੱਚ ਅਸੀਂ ਇਸ ਤਰ੍ਹਾਂ ਕਰ ਲਾਂਗੇ। ਬਹੁਤ ਲੰਬੀ ਪਲੈਨਿੰਗ ਚਾਹੀਦੀ ਹੈ, ਇੰਡਸਟਰੀ ਲਾਉਣੀ ਪੈਣੀ ਹੈ ਇੱਥੇ, ਔਰ ਇੰਡਸਟਰੀ ਲਾਉਣ ਦੇ ਤਹਿਤ ਉਹੋ ਜਿਹੀਆਂ ਪ੍ਰਸਥਿਤੀਆਂ ਦੇਣੀਆਂ ਪੈਣੀਆਂ ਉਹਨਾਂ ਨੂੰ, ਇੰਡਸਟਰੀ ਨੂੰ, ਕਿ ਉਹ ਇੱਥੇ ਸਸਤੀ ਚੀਜ਼ ਪ੍ਰੋਵਾਈਡ ਕਰ ਸਕਣ। ਲੁਧਿਆਣੇ ਦੇ ਵਿੱਚ ਹੌਜ਼ਰੀ ਔਰ ਉਹਦੀ ਕਿਸੇ ਵੇਲੇ ਬਹੁਤ ਵਧੀਆ ਮਾਰਕੀਟ ਸੀ, ਉਹਨੂੰ ਵੀ ਇਫੈਕਟ ਹੋਣਾ ਸ਼ੁਰੂ ਹੋ ਗਿਆ। ਸਾਈਕਲ ਇੰਡਸਟਰੀ ਲੁਧਿਆਣੇ ਦੇ ਵਿੱਚ ਸੀਗੀ, ਉਹਨੂੰ ਇਫੈਕਟ ਹੋਣਾ ਸ਼ੁਰੂ ਹੋ ਗਿਆ। ਸੋ ਸਾਡੇ ਇੱਥੇ ਜਿਹੜੀ ਵੀ ਇੰਡਸਟਰੀ ਲੱਗਦੀ ਹੈ ਉਸ ਇੰਡਸਟਰੀ ਨੂੰ ਉਹੋ ਜਿਹਾ ਪ੍ਰਸਥਿਤੀਆਂ ਨਹੀਂ ਮਿਲਦੀਆਂ ਕਿ ਉਹ ਸਸਤੀ ਪ੍ਰੋਡਕਸ਼ਨ, ਕਾਸਟ ਆਫ ਪ੍ਰੋਡਕਸ਼ਨ ਉਹਦੀ ਬਹੁਤ ਘੱਟ ਹੋਵੇ, ਰॉ ਮਟੀਰੀਅਲ ਜਿਹੜਾ ਉਹ ਸਸਤਾ ਪ੍ਰੋਵਾਈਡ ਹੋਵੇ, ਉਹ ਸਾਰਾ ਕੁਝ ਨਹੀਂ ਮਿਲਦਾ। ਟਾਇਰ ਮਾਰਕੀਟ ਦੇ ਵਿੱਚ ਤੁਸੀਂ ਦੇਖੋ ਕਿ ਚੀਨ ਦਾ ਟਾਇਰ ਚੀਨ ਤੋਂ ਸਸਤਾ ਬਣ ਕੇ ਆਉਂਦਾ ਸੀ ਔਰ ਇੱਥੇ ਵੱਧ ਵਿਕਦਾ ਸੀਗਾ, ਘੱਟ ਰੇਟ ਤੇ, ਔਰ ਬੈਟਰ ਟਾਇਰ ਵਿਕਣ ਲੱਗ ਗਿਆ ਸੀ। ਸੋ ਇਹ ਸਾਡੀ ਇੱਥੋਂ ਦੀ ਇੰਡਸਟਰੀ ਨੂੰ ਨੁਕਸਾਨ ਹੋਇਆ। ਆਈਫੋਨ, ਜਿਵੇਂ ਆ ਵੀਰ ਇੰਦਰਜੀਤ ਸਿੰਘ ਲਿਖ ਰਹੇ, ਵੀ ਚੀਨ 'ਚ ਬਣ ਕੇ ਆਉਂਦਾ ਹੈ, ਔਰ ਲੋਕ ਆਈਫੋਨ ਤੋਂ ਹੀ ਪਾਈ ਜਾਂਦੇ ਹੁੰਦੇ ਆ। ਟਿਕਟੌਕ ਬੈਨ ਕਰ ਦਿਓ, ਫਲਾਨਾ ਬੈਨ ਕਰ ਦਿਓ। ਤਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਫੋਨਸ ਨੂੰ ਸਿੱਟ ਦਿਓ ਨਾ, ਜੇ ਤੁਹਾਨੂੰ ਜਿਹੜੇ ਕਹਿ ਰਹੇ ਆ ਕਿ ਆਹ ਬੈਨ ਕਰ ਦਿਓ, ਉਹ ਬੈਨ ਕਰ ਦਿਓ। ਇਹ ਪੋਸੀਬਲ ਨਹੀਂ ਹੈ। ਸੋ ਫॉर ਸ਼ਾਰਟ ਪੀਰੀਅਡ ਆਫ ਟਾਈਮ ਉਹ ਨੁਕਸਾਨ ਕਰਦੇ ਆ। ਸਿਰਫ ਆਪਣੀਆਂ ਖਬਰਾਂ ਲਾਉਣ ਵਾਸਤੇ ਕਿਹਾ ਜਾ ਰਿਹਾ ਹੈ ਕਿ ਆਹ ਬੈਨ ਕਰ ਦਿੱਤਾ ਜਾਵੇ, ਉਹ ਬੈਨ ਕਰ ਦਿੱਤਾ ਜਾਵੇ। ਸੋ ਬੈਨਿੰਗ ਜਾਂ ਬਾਇਕਾਟ ਕਰ ਦੇਣਾ 2-4 ਦਿਨ, ਯੂ ਆਰ ਰੋਂਗ, ਆਲ ਫੋਨਸ ਆਰ ਨਾਟ ਚਾਈਨੀਜ਼। ਸਾਰੇ ਨਹੀਂ ਹੈ ਗੁਰਜੀਤ ਸਿੰਘ ਜੀ, ਮੈਂ ਨਹੀਂ ਕਹਿ ਰਿਹਾ ਸਾਰੇ ਫੋਨਸ ਚਾਈਨੀਜ਼ ਨੇ। ਜਿਹੜੇ ਹੈਗੇ ਆ, ਜਿਹੜੇ ਜਿਨ੍ਹਾਂ ਦੀ ਪ੍ਰੋਡਕਸ਼ਨ ਚਾਈਨਾ 'ਚ ਹੁੰਦੀ ਹੈ, ਬਹੁਤ ਜ਼ਿਆਦਾ, ਬਹੁਤ ਕੁਛ ਆਪਾਂ ਵਰਤਦੇ ਹਾਂ। ਔਰ ਓਪੋ ਤੇ ਵੀਵੋ ਦੀ ਮਾਰਕੀਟ ਬੜੀ ਵੱਡੀ ਹੈ ਸਾਡੇ ਇੱਥੇ, MI ਦੀ ਮਾਰਕੀਟ ਬੜੀ ਵੱਡੀ ਹੈ, ਸਾਰੀਆਂ ਨਹੀਂ ਕਹਿ ਰਿਹਾ। ਸਬਸਟੀਟਿਊਟਸ ਹੈਗੇ ਨੇ ਲੇਕਿਨ ਉਹ ਥੋੜੇ ਮਹਿੰਗੇ ਨੇ। ਗੁਰਜੀਤ ਜੀ ਬਹੁਤ ਵਧੀਆ ਗੱਲ ਕਹਿ ਰਹੇ ਹੈ, ਤਾਂ ਉਹ ਸਬਸਟੀਟਿਊਟ 'ਚ ਇੱਥੇ ਸਸਤੇ ਹੋਣਗੇ ਤਾਂ ਹੀ ਹੈ। ਪਰ ਇਹ ਜਿਹੜੀ ਚਰਚਾ ਹੈ ਇਹ ਸਿਰਫ ਉਦੋਂ ਹੁੰਦੀ ਹੈ ਜਦੋਂ ਚਰਚਾ 2 ਜਾਂ 4 ਦਿਨ ਚੀਨ ਨਾਲ ਕੋਈ ਸਰਹੱਦ ਤੇ ਤਣਾਅ ਹੁੰਦਾ। ਰਾਹਤ ਇੰਦੌਰੀ ਸਾਹਿਬ ਦਾ ਸ਼ੇਰ ਹੈ, ਸਰਹੱਦ ਪੇ ਤਣਾਅ ਹੈ ਕਿਆ, ਪਤਾ ਕਰੋ ਚੁਣਾਵ ਹੈ ਕਿਆ। ਔਰ ਉਸ ਤੋਂ ਬਾਅਦ ਇਹ ਗੱਲਾਂ ਸਾਰੀਆਂ ਭੁੱਲ ਜਾਣੀਆਂ ਸਾਰਿਆਂ ਨੇ। ਸੋ ਇਸ਼ੂ ਕੋਈ ਵੀ ਨੇ, ਉਹ 2 ਜਾਂ 3 ਦਿਨ ਦੇ ਨੇ। ਔਰ ਮਾਵਾਂ ਦੇ ਪੁੱਤ ਜਿਹੜੇ ਮਰਦੇ ਆ, ਦਰਦ ਤੇ ਦੁੱਖ ਉਹਨਾਂ ਦਾ ਸਾਰੀ ਉਮਰ ਦਾ ਹੁੰਦਾ ਹੈ। ਸੋ 2 ਜਾਂ 3 ਦਿਨ ਦਾ ਉਹ ਇਸ਼ੂ ਹੈ। ਸੋ ਬਹੁਤ ਸ਼ੁਕਰੀਆ ਜੀ ਅੱਜ ਵਾਸਤੇ, ਥੈਂਕ ਯੂ।